ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ +1 ਜਮਾਤ ਦੀ ਪੁਸਤਕ ਮੜੀ ਦਾ ਦੀਵਾ ਦੇ ਕਾਂਡ ਨੰਬਰ 5 ਦੇ ਪੇਜ ਨੰਬਰ 47 ਦੀ ਰੀਡਿੰਗ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਬੇਟਾ ਅਸੀਂ ਪੇਜ ਨੰਬਰ 48, 49 ਤੇ 50 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੇਜ ਨੰਬਰ 47 ਦੇ ਸਾਰ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਬੇਟਾ, ਕਾਂਡ ਨੰਬਰ 5 ਵਿੱਚ ਅਸੀਂ ਪੜ੍ਹਦੇ ਹਾਂ ਕਿ ਜਗਸੀਰ ਤਾਪ ਚੜ੍ਹਨ ਕਾਰਨ 2 ਦਿਨ ਮੰਜੀ ਤੇ ਪਿਆ ਰਹਿੰਦਾ ਹੈ ਅਤੇ ਤੀਸਰੇ ਦਿਨ ਰਾਤ ਨੂੰ ਖੇਸ ਦੀ ਬੁੱਕਲ ਮਾਰ ਕੇ ਰੌਣਕੀ ਦੀ ਭੱਠੀ ਵੱਲ ਨੂੰ ਤੁਰ ਪੈਂਦਾ ਹੈ। ਪਰ ਜਦੋਂ ਖੇਮੇ ਸ਼ਕਤੀ ਦੇ ਬੂਹੇ ਕੋਲੋਂ ਲੰਘਦਾ ਹੈ ਤਾਂ ਉਸ ਨੂੰ ਆਪਣੀਆਂ ਲੱਤਾਂ ਕੰਬਦੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ। ਇਸ ਲਈ ਉਹ ਬਿੰਦਕ ਦਮ ਲੈਣ ਲਈ ਖੇਮੇ ਦੇ ਬੂਹੇ ਸਾਹਮਣੇ ਗੱਡੀ ਹੋਈ ਇੱਕ ਲੱਕੜ ਦੀ ਮੁੱਠੀ ਤੇ ਬੈਠ ਜਾਂਦਾ ਹੈ ਤੇ ਉਸ ਦੀ ਨਿਗਾਹ ਜਦੋਂ ਵਿਹੜੇ ਦੇ ਘਰਾਂ ਉੱਪਰ ਪੈਂਦੀ ਹੈ ਤਾਂ ਉਸ ਨੂੰ ਇਹ ਘਰ ਕੁੱਤਿਆਂ ਦੇ ਘੋਰਨਿਆਂ ਵਾਂਗ ਜਾਪਦੇ ਹਨ। ਕਈ ਘਰਾਂ ਦੀਆਂ ਛੱਤਾਂ ਬਹੁਤ ਹੀ ਨੀਵੀਆਂ ਸਨ। ਕਈ ਘਰਾਂ ਦੇ ਦੁਆਲੇ ਕੰਧਾਂ ਦੀ ਥਾਂ ਵਾੜਾਂ ਕੀਤੀਆਂ ਹੋਈਆਂ ਸਨ। ਉਸ ਨੇ ਜਦੋਂ ਦੀ ਹੋਸ਼ ਸੰਭਾਲੀ ਸੀ ਉਸ ਸਮੇਂ ਤੋਂ ਕਿਸੇ ਨੇ ਕਦੇ ਕੋਈ ਨਵਾਂ ਕੋਠਾ ਨਹੀਂ ਛੱਤਿਆ ਸੀ। ਉਹ ਇਸੇ ਵਿਹੜੇ ਵਿੱਚ ਜੰਮਿਆ ਪਲਿਆ ਅਤੇ 40 ਉੱਤੇ 2 ਵਰ੍ਹਿਆਂ ਦੀ ਉਮਰ ਭੋਗ ਚੁੱਕਾ ਸੀ। ਉਸ ਦੀ ਜਵਾਨੀ ਬਾਰੇ ਜੰਮੇ ਮੁੰਡੇ ਕੁੜੀਆਂ ਜਵਾਨ ਹੋ ਗਏ ਸਨ। ਉਹਨਾਂ ਵਿੱਚੋਂ ਕਈ ਵਿਆਹੇ ਵੀ ਗਏ ਸਨ। ਇਸ ਤਰ੍ਹਾਂ ਇੱਕ ਕੋਠੇ ਵਿੱਚ ਜਿੱਥੇ ਅੱਜ ਤੋਂ 20-25 ਵਰ੍ਹੇ ਪਹਿਲਾਂ 2-3 ਜੀ ਰਹਿੰਦੇ ਸਨ, ਹੁਣ ਉਸੇ ਕੋਠੇ ਵਿੱਚ 10-10 ਜੀ ਸੌਂਦੇ ਸਨ। ਓਕੇ ਬੇਟਾ, ਹੁਣ ਇਸ ਤੋਂ ਬਾਅਦ ਅਸੀਂ ਨੈਕਸਟ ਪੇਜ ਨੰਬਰ 48 ਦੀ ਰੀਡਿੰਗ ਸ਼ੁਰੂ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਪੇਜ ਨੰਬਰ 48 ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਠੀਕ ਹੈ। ਫਸਟ ਵਰਡ ਬੇਟਾ ਖਹਿਬੜਦਿਆਂ, ਝਗੜਦਿਆਂ ਹੋਇਆਂ। ਨੈਕਸਟ ਹੈ ਤੋੜੇ ਦੇ ਪਰਿਵਾਰ ਵਾਲਾ, ਮਤਲਬ ਕਿ ਚੁੱਕਣਾ ਦੇਣ ਵਾਲਾ। ਨੈਕਸਟ ਬੇਟਾ ਚਿਹਰੇ ਉੱਤੇ ਰੌਣਕ ਨਹੀਂ ਸੀ ਵੇਖੀ, ਮੂੰਹ ਉੱਤੇ ਖੁਸ਼ੀ ਨਹੀਂ ਵੇਖੀ। ਗ੍ਰਹਿਣੀ ਰੱਖਦਾ, ਲੁਕਾ ਰੱਖਦਾ। ਨੈਕਸਟ ਹੈ ਖੜ ਸੁੱਕ ਰੁੱਖ, ਸੁੱਕਾ ਹੋਇਆ ਰੁੱਖ। ਨੈਕਸਟ ਵਰਡ ਚਾਣਚੱਕ, ਅਚਾਨਕ। ਪੱਤਾ ਫੁੱਟ ਆਇਆ ਹੋਵੇ, ਪੱਤਾ ਪੁੰਗਰ ਆਇਆ ਹੋਵੇ, ਪੁੰਗਰਨਾ। ਠੀਕ ਹੈ। ਨੈਕਸਟ ਬੇਟਾ ਖੁਸ਼ੀ ਦੀਆਂ ਪਪੀਸੀਆਂ, ਖੁਸ਼ੀ ਦੀ ਲਹਿਰ। ਵਰਡ ਬੇਟਾ ਇੱਥੇ ਨੈਕਸਟ ਹੈ ਵੇਲੀ, ਵੇਲੀ ਮਤਲਬ ਸਮਾਂ। ਨੈਕਸਟ ਬੇਟਾ ਊਰੀ ਵਾਂਗ ਭੁੱਕਿਆ ਫਿਰਦਾ, ਤੇਜ਼ੀ ਨਾਲ ਕੰਮ ਕਰਨਾ। ਕਮਾਦ, ਗੰਨੇ ਦੀ ਫਸਲ। ਨੈਕਸਟ ਹੈ ਉਮਰ ਦਾ ਨਰਮ, ਉਮਰ ਵਿੱਚ ਛੋਟਾ। ਅਲੱਥ ਔਲਾਦ, ਭੈੜੀ ਸੰਤਾਨ। ਓਕੇ ਬੇਟਾ, ਹੁਣ ਨੈਕਸਟ ਅਸੀਂ 48 ਪੇਜ ਦੀ ਰੀਡਿੰਗ ਸ਼ੁਰੂ ਕਰਾਂਗੇ। ਜੋ ਇਸ ਪੇਜ ਤੇ ਫਸਟ ਲਾਈਨ ਆਈ ਹੈ ਇਹ ਅਸੀਂ ਪਹਿਲੇ 47 ਪੇਜ ਨਾਲ ਰੀਡਿੰਗ ਇਸ ਦੀ ਕਰ ਚੁੱਕੇ ਹਾਂ। ਠੀਕ ਹੈ। ਨੈਕਸਟ ਹੈ ਬੇਟਾ ਕਈ ਵਾਰੀ ਜਗਸੀਰ ਨੇ ਨਵੇਂ ਵਿਆਹੇ ਗੱਭਰੂ ਮੁੰਡਿਆਂ ਨੂੰ ਮਾਪਿਆਂ ਨਾਲ ਖਹਿਬੜਦਿਆਂ ਵੇਖਿਆ ਸੀ। ਜਦੋਂ ਕਿਸੇ ਦਾ ਨਵਾਂ ਵਿਆਹ ਹੁੰਦਾ ਤਾਂ ਨਵੇਂ ਵਿਆਹੇ ਜੋੜੇ ਨੂੰ ਕੋਠੇ ਵਿੱਚ ਥਾਂ ਦੇ ਕੇ ਬੁੱਢੇ ਠੇਰੇ ਪੋਹ ਮਾਘ ਦੀਆਂ ਰਾਤਾਂ ਵਿੱਚ ਬਾਹਰ ਛੱਪਰਾਂ ਹੇਠ ਪਏ ਰਹਿੰਦੇ। ਸਾਰੀ ਰਾਤ ਉਹਨਾਂ ਨੂੰ ਪਾਟੀਆਂ ਪੁਰਾਣੀਆਂ ਜੁੱਲੀਆਂ ਵਿੱਚ ਕਰੜੀ ਠੰਡ ਨੀਂਦ ਨਾ ਆਉਣ ਦਿੰਦੀ, ਪਰ ਫਿਰ ਵੀ ਤੜਕੇ ਉੱਠ ਕੇ ਉਹ ਬਿਨਾਂ ਕੁਝ ਕਹਿਆਂ ਸੁਣਿਆ ਆਪਣੇ ਕੰਮੀ ਧੰਦੀ ਲੱਗ ਪੈਂਦੇ। ਰਾਤ ਨੂੰ ਪੈਣ ਲੱਗਿਆਂ ਜੇ ਕੋਈ ਤੋੜੇ ਦੇ ਪਰਿਵਾਰ ਵਾਲਾ ਅਜਿਹੇ ਗੁਆਂਢੀ ਨੂੰ ਹੋਰ ਕੋਠਾ ਛੱਤਣ ਦੀ ਸਲਾਹ ਦਿੰਦਾ ਤਾਂ ਇੱਕੋ ਜਵਾਬ ਮਿਲਦਾ, ਚੱਲ ਰਾਤ ਹੀ ਕੱਟਣੀ ਹੈ। ਹੁਣ ਦੇਖੋ ਬੇਟਾ ਇੱਥੇ ਕੀ ਦੱਸਿਆ ਗਿਆ ਹੈ ਕਿ ਜਗਸੀਰ ਦੇ ਵਿਹੜੇ ਦੇ ਲੋਕਾਂ ਦੀ ਆਰਥਿਕ ਹਾਲਤ ਨੂੰ ਬਿਆਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਦਾ ਨਵਾਂ ਵਿਆਹ ਵੀ ਹੁੰਦਾ ਸੀ ਤੇ ਉਸ ਸਮੇਂ ਜੋ ਬਜ਼ੁਰਗ ਲੋਕ ਸਨ ਉਸ ਨਵੇਂ ਵਿਆਹੇ ਜੋੜੇ ਨੂੰ ਕੋਠੇ ਵਿੱਚ ਥਾਂ ਦੇਣ ਲਈ ਆਪ ਖੁਦ ਪੋਹ ਮਾਘ ਦੀਆਂ ਰਾਤਾਂ ਵਿੱਚ ਵੀ ਛੱਪਰਾਂ ਦੇ ਹੇਠ ਪਏ ਰਹਿੰਦੇ ਸਨ। ਛੱਪਰ ਬੇਟਾ ਕੀ ਹੁੰਦਾ, ਜਿਵੇਂ ਇੱਕ ਵਾੜਾ ਜਿਹਾ ਛੱਤਿਆ ਹੁੰਦਾ ਹੈ। ਠੀਕ ਹੈ, ਕੱਚਾ ਜਿਹਾ ਕੋਠਾ ਲਾ ਲਓ ਤੁਸੀਂ। ਤੇ ਉਹ ਵਿਚਾਰੇ ਪਾਟੀਆਂ ਪੁਰਾਣੀਆਂ ਜੁੱਲੀਆਂ ਵਿੱਚ
ਕਰੜੀ ਠੰਡ ਵਿੱਚ ਬਾਹਰ ਪਏ ਰਹਿੰਦੇ ਸਨ ਅਤੇ ਇਸ ਲਈ ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ ਸੀ। ਪਰ ਜਦੋਂ ਸਵੇਰ ਹੁੰਦੀ ਸੀ ਤਾਂ ਬਿਨਾਂ ਕਿਸੇ ਨੂੰ ਕੁਝ ਕਹੇ ਸੁਣੇ, ਬਿਨਾਂ ਕਿਸੇ ਨੂੰ ਕੁਝ ਬੋਲੇ ਆਪਣੇ ਆਪਣੇ ਕੰਮਾਂ 'ਤੇ ਲੱਗ ਪੈਂਦੇ ਸਨ। ਇੱਥੋਂ ਤੱਕ ਕਿ ਜੇ ਕੋਈ ਚੁੱਕਣਾ ਦੇਣ ਵਾਲਾ ਗੁਆਂਢੀ ਉਹਨਾਂ ਨੂੰ ਇਹ ਆਖਦਾ ਸੀ ਕਿ ਉਹ ਹੋਰ ਕੋਠਾ ਛੱਤ ਲੈਣ, ਅਤੇ ਉਹ ਇੱਕੋ ਜਵਾਬ ਅੱਗੋਂ ਦਿੰਦੇ ਸੀ ਕਿ ਚਲੋ ਰਾਤ ਹੀ ਕੱਟਣੀ ਹੈ। ਠੀਕ ਹੈ, ਨੈਕਸਟ ਬੇਟਾ, ਚੱਲ ਰਾਤ ਹੀ ਕੱਟਣੀ ਹੈ। ਜਗਸੀਰ ਨੂੰ ਫਿਰ ਰਤਾ ਕੋ ਹਾਸੀ ਆਈ ਅਤੇ ਦਿਨ ਕੱਟਣ ਬਾਰੇ ਵੀ ਉਸ ਆਪਣੇ ਵਿਹੜੇ ਦੇ ਲੋਕਾਂ ਦੇ ਮੂੰਹੋਂ ਇਸ ਤੋਂ ਵੱਖਰੀ ਗੱਲ ਕਦੇ ਨਹੀਂ ਸੀ ਸੁਣੀ। ਕੋਈ ਕਿਸੇ ਦਾ ਹਾਲ ਚਾਲ ਪੁੱਛਦਾ ਤਾਂ ਅੱਗੋਂ ਜਵਾਬ ਦੇਣ ਵਾਲਾ ਸਧਾਰਨ ਹੀ ਅਤੇ ਕਦੇ ਕਦੇ ਲੰਮਾ ਹੌਕਾ ਭਰ ਕੇ ਆਖਦਾ, ਚੰਗੇ ਹੈ, ਬਸ ਜੋ ਦਿਨ ਗੁਜ਼ਰ ਗਿਆ ਸੋਹਣਾ ਹੈ, ਜਾਂ ਇਸੇ ਗੱਲ ਨੂੰ ਕੋਈ ਹੋਰ ਤਰ੍ਹਾਂ ਆਖ ਦਿੰਦਾ, ਚੰਗੇ ਹੈ, ਇੱਕ ਦਿਨ ਖਿੱਚ ਕੇ ਮੌਤ ਹੋਰ ਨੇੜੇ ਕਰ ਲਈ ਹੈ। ਹੁਣ ਦੇਖੋ ਬੇਟਾ, ਪਹਿਲੇ ਉੱਪਰ ਰਾਤ ਕੱਟਣ ਦਾ ਜ਼ਿਕਰ ਆ ਗਿਆ, ਫਿਰ ਦਿਨ ਕੱਟਣ ਬਾਰੇ ਆ ਗਿਆ ਕਿ ਜੇਕਰ ਕੋਈ ਕਿਸੇ ਦਾ ਹਾਲ ਚਾਲ ਪੁੱਛਦਾ ਸੀ ਤੇ ਉਸ ਸਮੇਂ ਵੀ ਜੋ ਵਿਹੜੇ ਦੇ ਲੋਕ ਸਨ ਅੱਗੋਂ ਕੀ ਜਵਾਬ ਦਿੰਦੇ ਸਨ ਕਿ ਜਿਹੜਾ ਦਿਨ ਗੁਜ਼ਰ ਜਾਏ ਉਹੋ ਹੀ ਚੰਗਾ ਹੈ। ਠੀਕ ਹੈ, ਨੈਕਸਟ ਬੇਟਾ, ਮਤਲਬ ਕਿ ਉਹ ਬੜੀ ਮੁਸ਼ਕਿਲ ਨਾਲ ਆਪਣੇ ਘਰਾਂ ਵਿੱਚ ਗੁਜ਼ਾਰਾ ਕਰ ਰਹੇ ਸਨ। ਓਕੇ, ਨੈਕਸਟ ਬੇਟਾ, ਉਹਦੇ ਵਿਹੜੇ ਦੇ ਕਿਸੇ ਬੰਦੇ ਦੇ ਚਿਹਰੇ ਉੱਤੇ ਉਹਨੇ ਰੌਣਕ ਨਹੀਂ ਸੀ ਵੇਖੀ। ਲੋਕ ਹੱਸਦੇ ਸਨ, ਪਰ ਉਹਨਾਂ ਦੇ ਚਿਹਰਿਆਂ ਉੱਤੇ ਇੱਕ ਓਪਰਾ ਤੇ ਉਦਾਸ ਜਿਹਾ ਪਰਛਾਵਾਂ ਉਹਨਾਂ ਦੇ ਹਾਸਿਆਂ ਨੂੰ ਗ੍ਰਹਿਣੀ ਰੱਖਦਾ। ਹਰ ਵੇਲੇ ਇੱਕ ਦੂਜੇ ਨੂੰ ਗਾਲਾਂ, ਮੰਦੇ ਬੋਲ ਤੇ ਲੜਾਈ ਝਗੜੇ ਤੋਂ ਬਿਨਾਂ ਕੋਈ ਚੱਜ ਦੀ ਗੱਲ ਕਦੇ ਉਹਨੇ ਘੱਟ ਹੀ ਸੁਣੀ ਸੀ। ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਤਾਂ 5-7 ਦਿਨ ਰੌਣਕਾਂ ਲੱਗ ਜਾਂਦੀਆਂ, ਜਿਵੇਂ ਖੜ ਸੁੱਕ ਰੁੱਖਾਂ ਨੂੰ ਚਾਣ ਚੱਕ ਪਏ ਤਕੜੇ ਮੀਂਹਾਂ ਨਾਲ ਟਾਵਾਂ ਕੋਈ ਪੱਤਾ ਫੁੱਟ ਆਇਆ ਹੋਵੇ। ਘਰ ਦੀ ਕੱਢੀ ਦਾਰੂ ਦਾ ਮੀਂਹ ਜਿਹਾ ਪੈਂਦਾ ਤੇ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਦੀਆਂ ਪਪੀਸੀਆਂ ਫੁੱਟ ਪੈਂਦੀਆਂ, ਪਰ ਇਸ ਪਿੱਛੋਂ ਮੁੜ ਉਹ ਰੁੱਖੇ ਬੋਲ, ਉਹ ਉਦਾਸੀ। ਹੁਣ ਦੇਖੋ ਜਗਸੀਰ ਇੱਥੇ ਕੀ ਯਾਦ ਕਰ ਰਿਹਾ ਹੈ ਕਿ ਉਸ ਨੇ ਕਦੇ ਵੀ ਆਪਣੇ ਵਿਹੜੇ ਦੇ ਜੋ ਉਸਦੇ ਮੁਹੱਲੇ ਦੇ ਬੰਦੇ ਸਨ ਉਹਨਾਂ ਦੇ ਚਿਹਰਿਆਂ 'ਤੇ ਕਦੇ ਖੁਸ਼ੀ ਨਹੀਂ ਵੇਖੀ ਸੀ। ਬੇਸ਼ੱਕ ਉਹ ਲੋਕ ਹੱਸਦੇ ਸਨ, ਪਰ ਉਹਨਾਂ ਨੂੰ ਆਪਣੇ ਘਰ ਦੀਆਂ ਸਮੱਸਿਆਵਾਂ ਜੋ ਸੀ ਉਹ ਕਿਤੇ ਨਾ ਕਿਤੇ ਉਦਾਸ ਕਰ ਛੱਡਦੀਆਂ ਸਨ। ਠੀਕ ਹੈ, ਉਹ ਹੱਸਦੇ ਸਨ ਪਰ ਉਹਨਾਂ ਦੇ ਹਾਸਿਆਂ ਪਿੱਛੇ ਇੱਕ ਉਦਾਸੀ ਲੁਕੀ ਹੁੰਦੀ ਸੀ, ਅਤੇ ਉਹ ਹਮੇਸ਼ਾ ਹੀ ਇਹ ਲੋਕ ਇੱਕ ਦੂਜੇ ਨੂੰ ਗਾਲਾਂ ਕੱਢਦੇ ਰਹਿੰਦੇ ਸੀ, ਲੜਾਈ ਝਗੜਾ ਕਰਦੇ ਰਹਿੰਦੇ ਸੀ, ਅਤੇ ਸਿਰਫ ਖੁਸ਼ੀ ਉਸ ਸਮੇਂ ਹੁੰਦੀ ਸੀ ਜਦੋਂ ਕਿਸੇ ਘਰ ਕੋਈ ਵਿਆਹ ਸ਼ਾਦੀ ਹੁੰਦੀ ਸੀ, ਅਤੇ ਫਿਰ 5-7 ਦਿਨ ਰੌਣਕ ਲੱਗ ਜਾਂਦੀ ਸੀ। ਠੀਕ ਹੈ, ਜਿਵੇਂ ਕਹਿੰਦੇ ਨੇ ਕਿ ਸੁੱਕਾ ਹੋਇਆ ਰੁੱਖ ਹੋਵੇ ਅਤੇ ਅਚਾਨਕ ਮੀਂਹ ਪੈ ਜਾਵੇ, ਅਤੇ ਮੀਂਹ ਪੈਣ ਦੇ ਨਾਲ ਉਸ ਰੁੱਖ ਦੇ ਉੱਪਰ ਕੋਈ ਵਿਰਲਾ ਪੱਤਾ ਫੁੱਟ ਆਵੇ। ਅਤੇ ਇਸੇ ਤਰ੍ਹਾਂ ਹੀ ਕਹਿੰਦੇ ਸੀ ਕਿ ਵਿਹੜੇ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਅਤੇ ਰੌਣਕ ਲੱਗਦੀ ਸੀ, ਫਿਰ ਵਿਆਹ ਸ਼ਾਦੀ ਦੇ ਮੌਕੇ 'ਤੇ ਜਿਹੜੀ ਘਰ ਦੀ ਕੱਢੀ ਸ਼ਰਾਬ ਸੀ ਉਹਦਾ ਮੀਂਹ ਪੈਂਦਾ ਸੀ, ਉਹ ਪਿਆਈ ਜਾਂਦੀ ਸੀ, ਅਤੇ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੁੰਦੀ ਸੀ। ਪਰ ਜਦੋਂ ਵਿਆਹ ਦਾ ਸਮਾਂ ਲੰਘ ਜਾਂਦਾ ਸੀ, ਫਿਰ ਉਹੀ ਰੁੱਖੇ ਬੋਲ, ਉਹੀ ਮੰਦੇ ਬੋਲ, ਅਤੇ ਫਿਰ ਉਹੀ ਉਦਾਸੀ ਛਾ ਜਾਂਦੀ ਸੀ। ਨੈਕਸਟ ਬੇਟਾ, ਬੰਦਿਆ ਤੇਰੀਆਂ 10 ਦੇਹੀਆਂ, ਇੱਕੋ ਗਈ ਵਿਆਹ 9 ਕਿੱਧਰ ਗਈਆਂ। ਜਗਸੀਰ ਨੇ ਬੁੱਲਾਂ ਵਿੱਚ ਇਹ ਬੋਲ ਦੁਹਰਾਏ ਅਤੇ ਉਹਨੂੰ ਪਿਛਲੇ ਵਰੇ ਮਰੇ ਲਾਲੂ ਬੁੜੇ ਦੀ ਯਾਦ ਆ ਗਈ, ਜੋ ਕਦੇ ਸਾਰੇ ਵਿਹੜੇ ਦੀ ਰੌਣਕ ਹੁੰਦਾ ਸੀ। ਖੜ ਸੁੱਕ ਰੁੱਖਾਂ ਵਿਚਕਾਰ ਸੁੱਖੇ ਦਾ ਇੱਕ ਬੂਟਾ। ਜਦੋਂ ਜਗਸੀਰ ਨਿੱਕਾ ਹੁੰਦਾ ਸੀ, ਉਹ ਤੇ ਵਿਹੜੇ ਦੇ ਹੋਰ ਨਿਆਣੇ ਲਾਲੂ ਤੋਂ ਅੱਧੀ ਰਾਤ ਤਾਈਂ ਬਾਤਾਂ ਸੁਣਦੇ ਰਹਿੰਦੇ। ਉਹ ਨਿਆਣਿਆਂ ਨੂੰ ਬਾਤਾਂ ਸੁਣਾਉਂਦਿਆਂ ਨਾਲੋਂ ਨਾਲ ਨਿੱਕੇ ਮਖੌਲ ਕਰਦਾ ਰਹਿੰਦਾ। ਜਗਸੀਰ ਨੂੰ ਯਾਦ ਸੀ ਕਿ ਉਨੀ ਵੇਲੀ ਲਾਲੂ ਦੇ ਚਿਹਰੇ ਉੱਤੇ ਕਦੇ ਉਹਨੇ ਉਦਾਸੀ ਨਹੀਂ ਸੀ ਵੇਖੀ। ਉਹ ਹਰ ਕਿਸੇ ਨੂੰ ਮਖੌਲ ਕਰਦਾ, ਊਰੀ ਵਾਂਗ ਘੁੱਕਿਆ ਫਿਰਦਾ। ਫਿਰ ਲਾਲੂ ਦਾ ਵਿਆਹ ਹੋਇਆ, ਮੁੰਡੇ ਹੋਏ, ਕੁੜੀਆਂ ਹੋਈਆਂ, ਅਤੇ ਉਹਦੇ 2 ਮੁੰਡੇ ਡਾਕੂਆਂ ਨਾਲ ਰਲ ਗਏ। ਉਹਨਾਂ ਵਿੱਚੋਂ ਇੱਕ ਤਾਂ ਪੁਲਿਸ ਨੇ ਕਮਾਦਾਂ ਵਿੱਚ ਘੇਰ ਕੇ ਮਾਰ ਦਿੱਤਾ ਸੀ, ਪਰ ਦੂਜਾ ਭੱਜਿਆ ਫਿਰਦਾ ਸੀ। ਤੀਜਾ ਅਜੇ ਉਂਝ ਹੀ ਉਮਰ ਦਾ ਨਰਮ ਸੀ। 3 ਕੁੜੀਆਂ ਵਿਆਹੁਣ ਜੋਗੀਆਂ ਸਨ।
ਅਲੱਥ ਔਲਾਦ ਤੇ ਘਰ ਦੇ ਫਿਕਰਾਂ ਨੇ ਲਾਲੂ ਨੂੰ 50-55 ਵਰਿਆਂ ਦੀ ਉਮਰ ਵਿੱਚ ਹੀ 17 ਬੇਟਾ ਨੈਕਸਟ ਲਾਈਨ 49 ਪੇਜ ਤੇ ਹੈ 17 ਸਾਲਾਂ ਜਿੰਨਾ ਬੁੱਢਾ ਕਰ ਦਿੱਤਾ ਸੀ। ਉਹਦੀ ਨਰੋਈ ਦੇ ਚੌਥਾ ਹਿੱਸਾ ਵੀ ਨਹੀਂ ਸੀ ਰਹੀ। ਉੱਤੋਂ ਬੁੱਢੇ ਬਾਰੇ 2 ਹਲਾਂ ਵਾਲੇ ਘਰ ਨਾਲ ਬਹੁਤੇ ਹਿੱਸੇ ਦੇ ਲਾਲਚ ਕਰਕੇ ਕੀਤੇ ਸੀਰ ਦੇ ਕਰੜੇ ਕੰਮ ਨੇ ਉਹਨੂੰ 2 ਵਰਿਆਂ ਵਿੱਚ ਹੀ ਸੂਤ ਸੁੱਟਿਆ ਸੀ। ਹੁਣ ਦੇਖੋ ਬੇਟਾ ਇੱਥੇ ਜੋ ਲਾਈਨ ਆਈ ਹੈ ਬੰਦਿਆ ਤੇਰੀਆਂ 10 ਦੇਹੀਆਂ ਇੱਕੋ ਗਈ ਵਿਹਾਰ 9 ਕਿੱਧਰ ਗਈਆਂ। ਹੁਣ 10 ਦੇਹੀਆਂ ਇੱਥੇ ਕੀ ਨੇ ਬੇਟਾ 9 ਹੁੰਦੇ ਨੇ ਦੁਆਰ ਇਨਸਾਨ ਦੇ, ਠੀਕ ਹੈ, ਜਿਵੇਂ 2 ਅੱਖਾਂ 2 ਕੰਨ, ਠੀਕ ਹੈ, ਮੂੰਹ ਨੱਕ, ਇਸ ਤਰ੍ਹਾਂ ਹੀ 9 ਗੋਲਕਾਂ ਹੁੰਦੀਆਂ ਨੇ। ਤੇ 10ਵਾਂ ਦੁਆਰ ਹੁੰਦਾ ਹੈ ਪਰਮਾਤਮਾ ਦਾ ਨਾਮ ਜਪਣਾ ਜੋ ਮਿਲਦਾ ਹੈ। ਹੁਣ ਇੱਕੋ ਗਈ ਵਿਹਾਰ 9 ਕਿੱਧਰ ਗਈਆਂ ਤੇ ਇਹਨਾਂ ਵਿੱਚੋਂ ਜੋ 9 ਦਰਵਾਜ਼ੇ ਨੇ ਜੋ 9 ਗੋਲਕਾਂ ਨੇ ਉਹ ਸਰੀਰਕ ਰੂਪ ਤੇ ਵਿੱਚ ਇਨਸਾਨ ਦੇ ਨਾਲ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਤੇ ਉਹ ਨਾਲ ਹੀ ਸੜ ਕੇ ਸੁਆਹ ਹੋ ਜਾਂਦੀਆਂ ਨੇ, ਠੀਕ ਹੈ। ਤੇ ਸਿਰਫ ਇੱਕ ਜੋ ਹੈ ਉਹ ਪਰਮਾਤਮਾ ਦਾ ਨਾਮ ਉਹੀ ਸਿਰਫ ਇਨਸਾਨ ਦੇ ਨਾਲ ਜਾਂਦਾ ਹੈ, ਠੀਕ ਹੈ। ਮਤਲਬ ਬੰਦਿਆ ਤੇਰੀਆਂ 10 ਦੇਈਆਂ ਤੇਰੇ ਕੋਲ 10 ਦੇਈਆਂ ਇੱਕੋ ਗਈ ਵਿਹਾਰ ਤੇਰੇ ਨਾਲ ਇੱਕੋ ਹੀ ਜਾਣੀ ਪਰਮਾਤਮਾ ਦਾ ਨਾਮ 9 ਕਿੱਧਰ ਗਈਆਂ ਕਿੱਥੇ ਗਈਆਂ ਸੁਆਹ ਬਣ ਗਈਆਂ, ਠੀਕ ਹੈ। ਤੇ ਜਦੋਂ ਜਗਸੀਰ ਇਹ ਬੋਲ ਦੁਹਰਾਉਂਦਾ ਹੈ ਫਿਰ ਉਸ ਨੂੰ ਆਪਣੇ ਵਿਹੜੇ ਦੇ ਇੱਕ ਲਾਲੂ ਬਜ਼ੁਰਗ ਦੀ ਯਾਦ ਆਉਂਦੀ ਹੈ ਜਿਸ ਦੀ ਕਿ ਮੌਤ ਹੋ ਚੁੱਕੀ ਸੀ ਤੇ ਉਹ ਬੜਾ ਰੌਣਕੀ ਬੰਦਾ ਸੀ, ਹੈ ਨਾ। ਖੜ ਸੁੱਕ ਰੁੱਖਾਂ ਵਿਚਕਾਰ ਸੁੱਖੇ ਦਾ ਇੱਕ ਬੂਟਾ, ਸੁੱਖੇ ਦਾ ਬੂਟਾ ਜਿਵੇਂ ਹੁੰਦਾ ਹਰਿਆ ਹਰਿਆ ਜਿਹਾ, ਠੀਕ ਹੈ। ਕਹਿੰਦੇ ਕਿ ਇਸ ਤਰ੍ਹਾਂ ਹੀ ਬੜਾ ਖੁਸ਼ ਦਿਲ ਮਜ਼ਾਕੀਆ ਇਨਸਾਨ ਸੀ। ਫਿਰ ਜਗਸੀਰ ਨੂੰ ਯਾਦ ਆਉਂਦਾ ਹੈ ਕਿ ਜਦੋਂ ਉਹ ਛੋਟਾ ਹੁੰਦਾ ਸੀ ਵਿਹੜੇ ਦੇ ਹੋਰ ਨਿਆਣੇ ਤੇ ਜਗਸੀਰ ਲਾਲੂ ਕੋਲੋਂ ਅੱਧੀ ਅੱਧੀ ਰਾਤ ਤੱਕ ਕਹਾਣੀਆਂ ਸੁਣਦੇ ਹੁੰਦੇ ਸਨ ਤੇ ਜਦੋਂ ਲਾਲੂ ਬੱਚਿਆਂ ਨੂੰ ਬਾਤਾਂ ਸੁਣਾਉਂਦਾ ਹੁੰਦਾ ਸੀ ਤੇ ਉਹਨਾਂ ਨੂੰ ਨਾਲ ਮਜ਼ਾਕ ਵੀ ਕਰਦਾ ਰਹਿੰਦਾ ਸੀ ਤੇ ਕਦੀ ਕਿਸੇ ਨੇ ਉਸਦੇ ਚਿਹਰੇ ਉੱਤੇ ਕੋਈ ਉਦਾਸੀ ਨਹੀਂ ਵੇਖੀ ਸੀ। ਫਿਰ ਜਦੋਂ ਲਾਲੂ ਦਾ ਵਿਆਹ ਹੋ ਜਾਂਦਾ ਹੈ ਉਸਦੇ ਘਰ 3 ਮੁੰਡੇ ਤੇ 3 ਕੁੜੀਆਂ ਹੁੰਦੀਆਂ ਨੇ। 2 ਮੁੰਡੇ ਉਸਦੇ ਡਾਕੂਆਂ ਨਾਲ ਰਲ ਜਾਂਦੇ ਹਨ ਤੇ ਇਹ ਤੀਸਰਾ ਮੁੰਡਾ ਜੋ ਸੀ ਉਹ ਛੋਟਾ ਸੀ। ਉਹਨਾਂ ਵਿੱਚੋਂ 3 ਮੁੰਡਿਆਂ ਵਿੱਚੋਂ ਇੱਕ ਮੁੰਡੇ ਨੂੰ ਪੁਲਿਸ ਕਮਾਦਾਂ ਵਿੱਚ ਘੇਰ ਕੇ ਮਾਰ ਦਿੰਦੀ ਹੈ ਪਰ ਦੂਜਾ ਜਿਹੜਾ ਸੀ ਪੁਲਿਸ ਦੇ ਡਰ ਕਾਰਨ ਭੱਜਿਆ ਫਿਰਦਾ ਸੀ ਤੇ ਜੋ 3 ਕੁੜੀਆਂ ਸਨ ਉਹ ਵੀ ਵਿਆਹੁਣ ਜੋਗੀਆਂ ਸਨ। ਹੁਣ ਦੇਖੋ ਇੱਕ ਤੇ ਉਸਦੀ ਸੰਤਾਨ ਭੈੜੀ ਨਿਕਲੀ ਸੀ ਤੇ ਦੂਜਾ ਉਸਦੇ ਉੱਪਰ ਘਰ ਦੀਆਂ ਜ਼ਿੰਮੇਵਾਰੀਆਂ ਸਨ ਤੇ ਜਿਹੜਾ ਲਾਲੂ 50-55 ਵਰਿਆਂ ਦਾ ਸੀ ਇਹਨਾਂ ਫਿਕਰਾਂ ਨੇ ਉਸ ਨੂੰ 17 ਸਾਲਾਂ ਦਾ ਬੁੱਢਾ ਕਰ ਦਿੱਤਾ ਸੀ, ਠੀਕ ਹੈ। ਤੇ ਦੂਸਰੀ ਗੱਲ ਕੀ ਸੀ ਹੁਣ ਦੇਖੋ ਉਹਨੇ ਬੁੱਢੇ ਬਾਰੇ 2 ਹਲਾਂ ਵਾਲੇ ਘਰ ਨਾਲ ਬਹੁਤੇ ਹਿੱਸੇ ਦੇ ਲਾਲਚ ਕਰਕੇ ਸੀਰ ਕੀਤਾ ਸੀ। ਮਤਲਬ ਕਿ ਉਹ ਜਿਹੜੇ ਘਰ ਵਿੱਚ ਸੀਰੀ ਦੇ ਤੌਰ ਤੇ ਕੰਮ ਕਰਦਾ ਸੀ ਉਹਨਾਂ ਦਾ ਕੰਮ ਜ਼ਿਆਦਾ ਸੀ, 2 ਹਲ ਵਗਦੇ ਸਨ, ਮਤਲਬ ਕਿ ਉਹ ਚੰਗੇ ਇਨਸਾਨ ਸਨ, ਉਹਨੂੰ ਕਰੜਾ ਕੰਮ ਕਰਨਾ ਪੈਂਦਾ ਸੀ ਉੱਥੇ। ਤੇ ਇਹਨਾਂ 2 ਸਾਲਾਂ ਵਿੱਚ ਉਹਦੀ ਜਿਹੜੀ ਦੇਹ ਸੀ ਇੰਨੇ ਕਰੜੇ ਕੰਮ ਤੇ ਘਰ ਦੀਆਂ ਫਿਕਰਾਂ ਨੇ ਉਹਨੂੰ ਸੂਤ ਸੁੱਟਿਆ ਸੀ, ਨਿਚੋੜ ਦਿੱਤਾ ਸੀ ਤਾਂ ਸਰੀਰਕ ਪੱਖੋਂ ਵੀ ਕਾਫੀ ਕਮਜ਼ੋਰ ਹੋ ਗਿਆ ਸੀ, ਠੀਕ ਹੈ ਬੇਟਾ। ਹੁਣ ਇਸ ਤੋਂ ਬਾਅਦ ਅਸੀਂ 49 ਪੇਜ ਦੀ ਰੀਡਿੰਗ 49 ਪੇਜ ਦੇ ਪਹਿਲੇ ਵਰਡ ਮੀਨਿੰਗ ਡਿਸਕਸ ਕਰਾਂਗੇ, ਓਕੇ। ਹਾਂਜੀ ਬੇਟਾ ਫਰਸਟ ਵਰਡ ਹੈ ਫੂਹੀ ਫੂਹੀ ਥੋੜਾ ਥੋੜਾ। ਨੈਕਸਟ ਬੇਟਾ ਮੂੰਹ ਉੱਤਰ ਗਿਆ, ਮੂੰਹ ਉੱਤਰ ਜਾਣਾ ਉਦਾਸ ਹੋਣਾ। ਨੈਕਸਟ ਵਰਡ ਹੈਗਾ ਪਿਛਾਂ ਭੌਂ ਕੇ ਪਿੱਛੇ ਮੁੜ ਕੇ। ਨੈਕਸਟ ਬੇਟਾ ਵਰਡ ਇੱਥੇ ਹੈ ਦਰਵਾਜ਼ੇ ਦੀ ਉੱਚੀ ਡਾਟ। ਹੁਣ ਉੱਚੀ ਡਾਟ ਇੱਥੇ ਚੁਗਾਠ ਹੋ, ਠੀਕ ਹੈ। ਨੈਕਸਟ ਬੇਟਾ ਦੀਵਾ ਟਿਮਕਦਾ ਦਿਸ ਪਿਆ, ਦੀਵਾ ਟਿਮਕਦਾ ਦਿਸ ਪਿਆ ਮਤਲਬ ਦੀਵਾ ਜਗਦਾ ਹੋਇਆ ਦਿਸਿਆ। ਹੁਣ ਨੈਕਸਟ ਬੇਟਾ 49 ਪੇਜ ਦੀ ਅਸੀਂ ਰੀਡਿੰਗ ਸ਼ੁਰੂ ਕਰਾਂਗੇ। ਤੇ ਇੰਜ ਪਿਛਲੇ ਵਰੇ ਉਹ ਆਪਣੀਆਂ ਧੀਆਂ ਦੇ ਦਾਜ ਦੇਣ ਲਈ ਫੂਹੀ ਫੂਹੀ ਕਰਕੇ ਜੋੜਦਾ ਹੀ ਚਾਣ ਚੱਕ ਮਰ ਗਿਆ। ਮਰਨ ਤੋਂ ਵਰ੍ਹਾ ਕੁ ਪਹਿਲਾਂ ਜਗਸੀਰ ਦੇ ਸਾਰੇ ਹਾਣੀਆਂ ਨੂੰ ਉਹਦੀ ਜਿਵੇਂ ਪਛਾਣ ਹੀ ਆਉਣੋਂ ਹਟ ਗਈ ਸੀ। ਪਰੀਆਂ ਰਾਣੀਆਂ ਤੇ ਯੋਧਿਆਂ ਦੀਆਂ ਬਾਤਾਂ ਸੁਣਾਉਣ ਤੇ ਮਖੌਲ ਕਰਨ ਵਾਲਾ ਉਹ ਲਾਲੂ ਜਿਵੇਂ ਕੋਈ ਹੋਰ ਹੀ ਬੰਦਾ ਹੁੰਦਾ ਸੀ। ਮਰਨ ਤੋਂ ਕੁਝ ਵਰੇ ਪਹਿਲਾਂ ਵਾਲਾ ਲਾਲੂ ਤਾਂ 10 ਦੇਹੀਆਂ ਵਾਲਾ ਲਾਲੂ ਰਹਿ ਗਿਆ ਸੀ। ਉਹਨੂੰ ਸਾਰੇ ਵਿਹੜੇ ਦੇ ਲੋਕ ਇਸੇ ਨਾਂ ਨਾਲ ਬੁਲਾਉਣ ਲੱਗ ਪਏ ਸਨ।
ਉਹ ਹੁਣ ਲੰਮੇ ਹੌਕੇ ਲੈ ਲੈ ਕੇ ਗੁਰਬਾਣੀ ਵਾਂਗ ਇਹ ਤੁਕਾਂ ਰੱਟਦਾ ਫਿਰਦਾ, ਕਿਤੇ ਗੁਣਗੁਣਾਣ ਵੀ ਲੱਗ ਪੈਂਦਾ। ਬੰਦਿਆ ਤੇਰੀਆਂ 10 ਦੇਹੀਆਂ, ਇੱਕੋ ਗਈ ਵਿਹਾ 9 ਕਿੱਧਰ ਗਈਆਂ। ਤੇ ਹੁਣ ਤਾਂ ਉਹਦੀ 10 ਵਿੱਚੋਂ ਇੱਕੋ ਵਿਹਾਂਦੀ ਵੀ ਨਹੀਂ ਸੀ ਰਹੀ। ਹੁਣ ਦੇਖੋ ਬੇਟਾ, ਇੱਥੇ ਕੀ ਦੱਸਿਆ ਗਿਆ ਹੈ ਕਿ ਲਾਲੂ ਨੂੰ ਆਪਣੀਆਂ ਧੀਆਂ ਦੇ ਵਿਆਹ ਸੰਬੰਧੀ ਵੀ ਬਹੁਤ ਫਿਕਰ ਸੀ। ਇਸ ਲਈ ਉਹਨਾਂ ਨੂੰ ਦਾਜ ਦੇਣ ਲਈ ਉਹ ਪਹਿਲਾਂ ਹੀ ਫੂਹੀ ਕਰਕੇ ਉਹਨੇ ਥੋੜ੍ਹਾ ਥੋੜ੍ਹਾ ਕਰਕੇ ਜੋੜਨਾ ਸ਼ੁਰੂ ਕਰ ਦਿੱਤਾ ਸੀ। ਤੇ ਇਹਨਾਂ ਫਿਕਰਾਂ ਦੇ ਵਿੱਚ ਹੀ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ। ਤੇ ਉਸ ਦੀ ਮਤਲਬ ਮਰਨ ਤੋਂ ਪਹਿਲਾਂ ਉਸ ਦੀ ਸਰੀਰਕ ਹਾਲਤ ਇੰਨੀ ਮਤਲਬ ਕਮਜ਼ੋਰ ਹੋ ਜਾਂਦੀ ਹੈ ਕਿ ਜੋ ਜਗਸੀਰ ਦੇ ਸਾਰੇ ਹਾਣੀ ਸਨ ਉਹ ਇਸ ਤਰ੍ਹਾਂ ਸੀ ਕਿ ਜਿਵੇਂ ਲਾਲੂ ਨੂੰ ਪਛਾਣਦੇ ਹੀ ਨਹੀਂ ਸਨ। ਠੀਕ ਹੈ, ਮਤਲਬ ਕਿ ਉਸ ਦੇ ਉੱਪਰ ਘਰ ਦੀਆਂ ਜ਼ਿੰਮੇਵਾਰੀਆਂ, ਭੈੜੀ ਸੰਤਾਨ ਦੇ ਫਿਕਰਾਂ ਦੇ ਕਾਰਨ ਉਸ ਦੇ ਉੱਪਰ ਬਹੁਤ ਗਹਿਰਾ ਅਸਰ ਹੁੰਦਾ ਹੈ। ਠੀਕ ਹੈ, ਹੁਣ ਇੱਥੇ ਦੇਖੋ ਇਹ ਲਾਈਨ ਆਈ ਨਾ, ਹੁਣ ਤਾਂ ਉਹਦੀ 10 ਵਿੱਚੋਂ ਇੱਕੋ ਵਿਹਾਂਦੀ ਵੀ ਨਹੀਂ ਸੀ ਰਹੀ। ਇਹਦਾ ਕੀ ਅਰਥ ਹੈ ਕਿ ਹੁਣ ਜਿਹੜੇ 9 ਸਰੀਰਕ ਤੌਰ 'ਤੇ ਦੁਆਰ ਸਨ, ਸਰੀਰਕ ਦੁਆਰ, ਸਰੀਰ ਦੇ ਦਰਵਾਜ਼ੇ, ਉਹ ਤਾਂ ਜਦੋਂ ਉਸ ਦੀ ਲਾਲੂ ਦੀ ਮੌਤ ਹੋਈ ਉਸ ਵੇਲੇ ਉਸ ਦੇ ਨਾਲ ਨਾਸ਼ ਹੋ ਗਏ। ਤੇ ਜੋ ਇੱਕ ਪਰਮਾਤਮਾ ਦਾ ਨਾਮ ਸੀ ਉਹਨੇ ਜਪਿਆ ਹੀ ਨਹੀਂ ਸੀ, ਕਿਉਂਕਿ ਉਸ ਨੂੰ ਤੇ ਘਰ ਦੀ ਜ਼ਿੰਮੇਵਾਰੀਆਂ ਨੇ ਸਮਾਂ ਹੀ ਨਹੀਂ ਦਿੱਤਾ ਪਰਮਾਤਮਾ ਦਾ ਨਾਮ ਜਪਣ ਦਾ। ਪਰਮਾਤਮਾ ਦਾ ਨਾਮ ਹੀ ਨਹੀਂ ਲਿਆ, ਘਰ ਦੇ ਫਿਕਰਾਂ ਵਿੱਚ ਹੀ ਰੁਲਦਾ ਰਿਹਾ ਉਹ। ਤੇ ਇਸ ਦੇ ਲਈ ਉਹਦੀ ਇੱਕੋ ਵਿਹਾਂਦੀ ਵੀ ਨਹੀਂ ਰਹੀ ਸੀ। ਪਰਮਾਤਮਾ ਦਾ ਨਾਮ ਨਹੀਂ ਲਿਆ ਤੇ ਪਰਮਾਤਮਾ ਦੇ ਦਰ 'ਤੇ ਫਿਰ ਕਿੱਥੇ ਢੋਈ ਮਿਲਣੀ ਸੀ। ਠੀਕ ਹੈ ਬੇਟਾ, ਨੈਕਸਟ ਦੇਖੋ, ਜਗਸੀਰ ਗੋਡਿਆਂ ਉੱਤੇ ਹੱਥ ਧਰ ਕੇ ਉੱਠ ਖੜੋਤਾ। ਉਹਦਾ ਮੂੰਹ ਇਹਨਾਂ ਓਪਰੀਆਂ ਸੋਚਾਂ ਕਰਕੇ ਹੋਰ ਉੱਤਰ ਗਿਆ ਸੀ। ਇਹੋ ਜਿਹੀਆਂ ਸੋਚਾਂ ਭਾਵੇਂ ਪਿਛਲੇ ਕੁਝ ਵਰ੍ਹਿਆਂ ਤੋਂ ਉਹਨੂੰ ਵਧੇਰੇ ਆਉਣ ਲੱਗ ਪਈਆਂ ਸਨ, ਪਰ ਅੱਜ ਵਾਂਗ ਇੰਨੇ ਵਿਸਥਾਰ ਨਾਲ ਉਹਨੇ ਆਪਣੇ ਵਿਹੜੇ ਦੇ ਇਹਨਾਂ ਘੋਰਨਿਆਂ ਵਰਗੇ ਘਰਾਂ ਵਿੱਚ ਵਸਦੇ ਲੋਕਾਂ ਬਾਰੇ ਕਦੇ ਨਹੀਂ ਸੀ ਸੋਚਿਆ। ਮੁੱਢੀ ਉੱਤੋਂ ਉੱਠ ਕੇ ਤੁਰਨ ਲੱਗਿਆਂ ਉਹਨੇ ਪਿਛਾਂਹ ਭੌਂ ਕੇ ਤੱਕਿਆ। ਖੇਮੇ ਛੱਤੀ ਕਾ ਤਿੰਨਾਂ ਗਾਡਰਾਂ ਉੱਤੇ ਪਾਇਆ ਦਰਵਾਜ਼ਾ ਵੇਖ ਕੇ ਉਹ ਫੇਰ ਖੜੋ ਗਿਆ। ਦਰਵਾਜ਼ੇ ਦੀ ਉੱਚੀ ਡਾਟ ਉੱਤੇ ਕਾਰੀਗਰਾਂ ਨੇ ਰੰਗ ਬਰੰਗੀਆਂ ਮੂਰਤਾਂ ਚਿੱਤਰੀਆਂ ਹੋਈਆਂ ਸਨ, ਕਬੂਤਰ, ਤੋਤੇ, ਵੇਲਾਂ ਤੇ ਫੁੱਲ। ਹਨੇਰੀ ਰਾਤ ਦੇ ਚਾਨਣ ਵਿੱਚ ਉਹਨਾਂ ਦੇ ਆਕਾਰ ਜਗਸੀਰ ਨੂੰ ਦਿਸ ਰਹੇ ਸਨ। ਬੂਹੇ ਉੱਤੇ ਕੀਤੀ ਕਲੀ ਚਾਂਦੀ ਦੇ ਪੱਤਰੇ ਵਾਂਗ ਚਮਕਦੀ ਸੀ। ਡਾਟ ਏਡੀ ਉੱਚੀ ਸੀ ਕਿ ਉਹਦੇ ਹੇਠੋਂ ਲਾਂਗੇ ਦਾ ਭਰਿਆ ਭਰਾਇਆ ਗੱਡਾ ਸਹਿਜੇ ਲੰਘ ਸਕਦਾ ਸੀ। ਜਗਸੀਰ ਨੇ ਇੱਕ ਭਰਵੀਂ ਨਿਗਾਹ ਧੁਰੋ ਧੁਰ ਦਰਵਾਜ਼ੇ ਉੱਤੇ ਮਾਰੀ ਤੇ ਫਿਰ ਸਾਹਮਣੇ ਦਿਸਦੇ ਆਪਣੇ ਵਿਹੜੇ ਦੇ ਘਰਾਂ ਵੱਲ ਝਾਕਿਆ। ਇਸ ਦਰਵਾਜ਼ੇ ਨੂੰ ਵੇਖਣ ਪਿੱਛੋਂ ਉਹ ਹੋਰ ਵੀ ਨਿੱਕੇ ਨਿੱਕੇ ਤੇ ਕਾਲੇ ਕਾਲੇ ਜਾਪਣ ਲੱਗ ਪਏ ਸਨ, ਜਿਵੇਂ ਕੱਚੀਆਂ ਇੱਟਾਂ ਦੀਆਂ ਮੜੀਆਂ ਹੋਣ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਇਹ ਸਭ ਗੱਲਾਂ ਸੋਚ ਰਿਹਾ ਸੀ ਤੇ ਉਸ ਸਮੇਂ ਉਸ ਦਾ ਮੂੰਹ ਉਦਾਸ ਹੋ ਜਾਂਦਾ ਹੈ, ਚਿਹਰਾ ਉਦਾਸ ਹੋ ਜਾਂਦਾ ਹੈ। ਉਹਨੇ ਬੇਸ਼ੱਕ ਆਪਣੇ ਵਿਹੜੇ ਦੇ ਲੋਕਾਂ ਬਾਰੇ ਇਸ ਤਰ੍ਹਾਂ ਸੋਚਦਾ ਸੀ, ਪਰ ਇੰਨੇ ਵਿਸਥਾਰ ਨਾਲ ਉਹਨੇ ਪਹਿਲੇ ਕਦੇ ਨਹੀਂ ਸੋਚਿਆ ਸੀ ਤੇ ਨਾ ਹੀ ਉਸਨੇ ਆਪਣੇ ਵਿਹੜੇ ਦੇ ਘਰ ਕਦੇ ਕੁੱਤਿਆਂ ਦੇ ਘੋਰਨਿਆਂ ਵਾਂਗ ਜਾਪੇ ਸਨ। ਫਿਰ ਇਹਨਾਂ ਸੋਚਾਂ ਸੋਚਦਿਆਂ ਹੀ ਜਦੋਂ ਮੁੱਢੀ ਤੋਂ ਉੱਠ ਕੇ ਤੁਰਨ ਲੱਗਦਾ ਹੈ, ਫਿਰ ਪਿੱਛੇ ਮੁੜ ਕੇ ਵੇਖਦਾ ਹੈ। ਜੋ ਖੇਮਾ ਸੀ, ਜੋ ਪਿੰਡ ਦਾ ਕਿਸੇ ਵਿਅਕਤੀ ਦਾ ਜ਼ਿਕਰ ਆਇਆ ਇੱਥੇ, ਠੀਕ ਹੈ, ਜਦੋਂ ਉਸਦੇ ਦਰਵਾਜ਼ੇ ਵੱਲ ਵੇਖਦਾ ਹੈ ਤੇ ਉਹ ਕੀ ਵੇਖਦਾ, ਉਹਦੀ ਦਰਵਾਜ਼ੇ ਦੀ ਉੱਚੀ ਡਾਟ ਵੇਖਦਾ ਹੈ, ਉੱਚੀ ਚੁਗਾਟ, ਜਿਹਦੇ ਉੱਪਰ ਕਬੂਤਰ, ਤੋਤੇ, ਵੇਲਾਂ ਦੀ ਮੂਰਤਾਂ ਚਿੱਤਰੀਆਂ ਹੋਈਆਂ ਸਨ। ਠੀਕ ਹੈ, ਤੇ ਫਿਰ ਜਦੋਂ ਉਹਦੇ ਉੱਪਰ ਕੀਤੀ ਹੋਈ ਕਲੀ ਵੇਖਦਾ ਹੈ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਚਾਂਦੀ ਦੇ ਪੱਤਰੇ ਵਾਂਗ ਹੋਵੇ। ਤੇ ਉਹਦਾ ਦਰਵਾਜ਼ਾ ਵੀ ਇੰਨਾ ਉੱਚਾ ਸੀ ਜਿਹੜਾ ਲਾਂਗੇ ਦਾ ਭਰਿਆ ਗੱਡਾ ਸਹਿਜੇ ਲੰਘ ਸਕਦਾ ਸੀ। ਲਾਂਗੇ ਦਾ ਭਰਿਆ ਗੱਡਾ ਮਤਲਬ ਕਿ ਦਾਣਿਆਂ ਦੇ ਨਾਲ ਭਰਿਆ ਹੋਇਆ ਗੱਡਾ ਜਿਵੇਂ, ਠੀਕ ਹੈ, ਉਹ ਜਿਹੜਾ ਸੀ ਸਹਿਜੇ ਲੰਘ ਸਕਦਾ ਸੀ, ਮਤਲਬ ਉਹ ਉੱਪਰ ਵਾਲੀ ਜਿਹੜੀ ਚੁੰਗਾਟ ਸੀ ਉਹਨੂੰ ਛੂਹ ਨਹੀਂ ਸਕਦਾ ਸੀ। ਜਦ ਕਿ ਜਦੋਂ ਫਿਰ ਆਪਣੇ ਵਿਹੜੇ ਦੇ ਘਰਾਂ ਵੱਲ ਵੇਖਦਾ ਤੇ ਖੇਮੇ ਛੱਤੀ ਦੇ ਘਰ ਦੀ ਤੁਲਨਾ ਆਪਣੇ ਵਿਹੜੇ ਦੇ ਘਰਾਂ ਵੱਲ ਵੇਖ ਕੇ ਕਰਦਾ ਹੈ। ਠੀਕ, ਤੇ ਫਿਰ ਜਦੋਂ, ਕਿਉਂਕਿ ਖੇਮਾ ਛੱਤੀ ਜਿਹੜਾ ਸੀ ਹੁਣ ਪਿੰਡ ਦਾ ਕੋਈ ਚੰਗਾ ਇਨਸਾਨ ਹੋਵੇਗਾ, ਠੀਕ ਹੈ, ਕਿਉਂਕਿ ਜੋ ਜਗਸੀਰ ਦੇ ਵਿਹੜੇ ਦੇ ਘਰ ਸਨ ਉਹਦੇ ਦੇ ਦਰਵਾਜ਼ੇ ਉਹਨਾਂ ਘਰਾਂ ਦੇ ਇਸ ਤਰ੍ਹਾਂ ਦੇ ਸਨ ਕਿ ਅੰਦਰ ਕੋਈ ਇਨਸਾਨ, ਲੰਬਾ ਵਿਅਕਤੀ ਕੋਈ ਅੰਦਰ ਤੁਰ ਫਿਰ ਹੀ ਨਹੀਂ ਸਕਦਾ ਸੀ।
जबकि जो खेमे छत्ती का घर है उत्थों तो भरिया भराया गड्ढा लंघ सकता है। ठीक है, इस करके वो जो वो घर वाल वेखदा ते फिर जो अपने विहड़े के घरां वल झाकदा है तो उसनूं अपने विहड़े के घर फिर छोटे छोटे लगते हैं, काले काले जापन लग पैंदे है। मतलब तुलना कर रहा है खेमे छत्ती के घर की ते अपने विहड़े के घरां दी कि खेमे छत्ती का घर चंगा है तो उसके विहड़े के घर जो उन्हां दी स्थिति जो है माड़ी है। ओके बेटा, नैक्सट है वो नीवी पा के तुर पिया, पाले नाल उहदियां लत्तां ठरन लग पईयां सन। खेस का एक पल्ला लमका के उन्हें गिट्टियां ताईं सुट लिया। रता हवा की रोक हो जाण करके ठंड कुछ घट गई। वह एडी हौली तुर रहा सी कि 50 करमां दी विथ उत्ते रौनकी दी भट्ठी आउण विच ही नहीं सी आउंदी। इंज तुरदियां जदों वह अगली गली का मोड़ मुड़िया तां उहनूं रौनकी दी कोठड़ी विच अध खुले बूहे विचों दीवा टिमकदा दिस पिया। ਉਹਦਾ चित्त कुछ हौसले विच हो गया ते लत्तां निੱਘੀਆਂ होण लग पईयां, पैर काहले हो गए। 2 वरे होए जदों दी संतो किसे नाल निकल गई सी। रौनकी ते जगसीर दा मोह, नैक्सट बेटा 2 वर्ड नैक्सट पेज ते ने, बहुत ही वध गया सी। हुण देखो इस तो बाद जदों ਉਹ अपने विहड़े के घरां वल ते खेमे छत्ती के विहड़े वल वेखदा है, घर वल वेखदा है, फिर नीवी पा के रौनकी के घर वालों तुर पैंदा है। पर उसनूं बहुत ठंड लग रही सी, इसलिए अपना खेस जो है गिट्टियां तक लमका लैंदा है ते हौली हौली रौनकी के घर वाल चला जाता है। जदों रौनकी के घर की कोठड़ी के कोल पहुँचता है तो दीवे नूं जगदे हुए वेख के उसनूं कुछ हौसला हो जाता है। ठीक है, हुण इत्थे संतो का जिक्र है जिहड़ी कि 2 वरे पहलां किसी नाल निकल गई सी। संतो कौन है बेटा? इत्थे रौनकी की पत्नी है। तो जदों तो संतो अपने पति रौनकी नूं छड्ड के गई सी उस समय तो ही रौनकी ते जगसीर की मित्रता जो होर गूढ़ी हो गई सी। उन्हां दोहां विच प्यार होर वध गया सी। ठीक है बेटा, हुण नैक्सट असीं पेज नंबर 50 की रीडिंग शुरू करनी है। पहलां इसके वर्ड मीनिंग डिस्कस करांगे। फर्स्ट वर्ड बेटा गोलपुना, गुलामी, मूहरे, अगे, हासड़ पाई रखदा, मजाक करदा, कुख हरी ना होई, औलाद ना होई, खिल्लां वांग खिड़ पैंदी, मतलब बहुत खुश होना, पीनक लगी हुई सी, अख लगना। नैक्सट बेटा वर्ड है चिलम। चिलम हुंदा है बेटा हुक्का, ठीक है, जिस विच तंबाकू पाया जाता है। नैक्सट बेटा मलंग, अपने आप विच मस्त। हुण रीडिंग शुरू करांगे बेटा पेज नंबर 50 की। रौनकी दी संतो 15 वरियां दी ਉਹਦੇ ਘਰੇ ਵਸਦੀ ਚੁੱਪ ਚਪੀਤੀ ਕਿਸੇ ਨਾਲ ਕਿਧਰੇ ਚਲੇ ਗਈ ਸੀ। ਕਿਸੇ ਨੂੰ ਕੋਈ ਵੀ ਗੱਲ ਸਮਝ ਨਹੀਂ ਸੀ ਪਈ ਕਿ ਰੌਣਕੀ ਵਰਗੇ ਗੋਲੇ ਬੰਦੇ ਨੂੰ ਛੱਡ ਕੇ ਕਿਉਂ ਤੁਰ ਗਈ ਸੀ। ਰੌਣਕੀ ਨੇ 15 ਵਰੇ ਉਹਦਾ ਗੋਲਪੁਣਾ ਹੀ ਤਾਂ ਕੀਤਾ ਸੀ, ਕਦੇ ਉਹਦੇ ਸਾਹਮਣੇ ਨਹੀਂ ਸੀ ਬੋਲਿਆ। ਉਹਦਾ ਦਬਾਅ ਥਾਣੇਦਾਰਾਂ ਨਾਲੋਂ ਵੀ ਬਹੁਤਾ ਮੰਨਦਾ ਰਿਹਾ ਸੀ। ਅੱਧੇ ਦਿਨ ਤਾਈਂ ਵਹਿੰਗੀ ਉੱਤੇ ਲੋਕਾਂ ਦੇ ਘਰੀ ਪਾਣੀ ਭਰ ਕੇ ਸਿਖਰ ਦੁਪਹਿਰੇ ਉਹ ਬਾਹਰੋਂ ਭੱਠੀ ਮੂਰੇ ਬੈਠਾ ਝੋਕਾ ਲਾਉਂਦਾ ਰਹਿੰਦਾ। ਦਾਣੇ ਭਨਾਉਣ ਆਏ ਨਿਆਣਿਆਂ ਤੇ ਕੁੜੀਆਂ ਨੂੰ ਨਿੱਕੇ ਨਿੱਕੇ ਮਖੌਲ ਕਰਦਾ ਰਹਿੰਦਾ। ਉਹਨਾਂ ਨਾਲ ਰਲ ਕੇ ਹਾਸੜ ਪਾਈ ਰੱਖਦਾ। 15 ਵਰਿਆਂ ਵਿੱਚ ਸੰਤੋ ਦੀ ਕੁੱਖ ਹਰੀ ਨਾ ਹੋਈ। ਔਲਾਦ ਖਾਤਰ ਉਹਨੇ ਖੂਹੀ ਰੋਟੀਆਂ ਪਕਾਈਆਂ, ਪਰ ਉਹਨਾਂ ਦੀ ਕਿਤੇ ਵੀ ਨਾ ਸੁਣੀ ਗਈ। ਫਿਰ ਵੀ ਰੌਣਕੀ ਵਾਂਗ ਸੰਤੋ ਨੇ ਦੂਜਿਆਂ ਦੇ ਨਿਆਣਿਆਂ 'ਚ ਮੋਹ ਪਾ ਲਿਆ। ਉਹ ਵੀ ਰੌਣਕੀ ਵਾਂਗ ਉਹਨਾਂ ਨਾਲ ਹਾਸਾ ਠੱਠਾ ਕਰਨ ਲੱਗ ਪਈ। ਜੇ ਕੋਈ ਆਖ ਦਿੰਦਾ, ਚਾਚੀ ਮੇਰੀ ਬੇਬੇ ਨੇ ਦਾਣੇ ਥੋੜ੍ਹੇ ਦਿੱਤੇ ਐ, ਚੁੰਗ ਕੱਲ੍ਹ ਨੂੰ ਕੱਢ ਲਈ, ਤਾਂ ਉਹ ਚੁੰਗ ਕੱਢਣ ਦੀ ਥਾਂ ਚੁੰਗਾਂ ਵਿੱਚੋਂ ਰੱਖੇ ਦਾਣਿਆਂ ਵਿੱਚੋਂ ਮੁੱਠ ਭਰ ਕੇ ਪਾ ਦਿੰਦੀ ਤੇ ਆਖਦੀ ਹੋਰ ਪਾਵਾਂ, ਪਰ ਹੁਣ ਮੇਰਾ ਪੁੱਤ ਬਣਨਾ ਪਊ। ਨਿਆਣੇ ਅੱਗੋਂ ਮੁਸਕਰਾ ਕੇ ਹਾਂ ਆਖ ਦਿੰਦੇ ਤੇ ਉਹ ਖਿੱਲਾਂ ਵਾਂਗ ਖਿੜ ਪੈਂਦੀ। ਕਿੰਨਾ ਕਿੰਨਾ ਚਿਰ ਉਹਦੇ ਭਰਵੇਂ ਚਿਹਰੇ ਉੱਤੇ ਗੂੜੀ ਲਾਲੀ ਭਖਦੀ ਰਹਿੰਦੀ। ਇਹੋ ਜਿਹੀ ਸੰਤੋ, ਇਹੋ ਜਿਹੇ ਰੌਣਕੀ, ਇੱਥੇ ਜਿਹੇ ਵਰਡ ਬੇਟਾ ਹੈਗਾ, ਇਹੋ ਜਿਹੇ ਰੌਣਕੀ ਨੂੰ ਕਿਉਂ ਛੱਡ ਕੇ ਤੁਰ ਗਈ। ਇਸ ਉਲਝੀ ਜ਼ਿੰਦਗੀ ਦੇ ਏਡੇ ਗੂੜੇ ਭੇਦ ਕੋਈ ਕੀ ਸਮਝੇ। ਹੁਣ ਦੇਖੋ ਬੇਟਾ, ਜੋ ਰੌਣਕੀ ਅਤੇ ਸੰਤੋ ਦੋਵੇਂ ਪਤੀ ਪਤਨੀ ਸਨ। 15 ਵਰੇ ਹੋ ਗਏ ਸਨ ਉਹਨਾਂ ਦੇ ਵਿਆਹ ਹੋਏ ਨੂੰ।
ਤੇ ਅਜੇ ਤੱਕ ਸੰਤੋ ਦੀ ਇਹਨਾਂ 15 ਵਰਿਆਂ ਵਿੱਚ ਕੁੱਖ ਹਰੀ ਨਹੀਂ ਹੋਈ ਸੀ। ਠੀਕ ਹੈ, ਪਰ ਰੌਣਕੀ ਨੇ ਹਮੇਸ਼ਾ ਹੀ ਆਪਣੀ ਪਤਨੀ ਦਾ ਗੋਲਪੁਣਾ ਕੀਤਾ ਸੀ। ਉਹ ਹਮੇਸ਼ਾ ਉਸਦੀ ਹਰ ਗੱਲ ਮੰਨਦਾ ਸੀ। ਅੱਧੇ ਦਿਨ ਤਾਈਂ ਵਹਿੰਗੀ ਉੱਤੇ, ਵਹਿੰਗੀ ਬੇਟਾ ਕੀ ਹੁੰਦਾ, ਜਿਵੇਂ ਕਹਿੰਦੇ ਸਰਵਣ ਦੀ ਵਹਿੰਗੀ ਸੀ, ਜਿਸ ਵਿੱਚ ਆਪਣੇ ਅੰਨੇ ਮਾਂ ਬਾਪ ਨੂੰ ਬਿਠਾ ਕੇ ਉਸਨੇ ਮਤਲਬ ਯਾਤਰਾਵਾਂ ਕਰਵਾਈਆਂ ਸਨ। ਇਸੇ ਤਰ੍ਹਾਂ ਮਤਲਬ ਜੋ ਰੌਣਕੀ ਸੀ ਉਹ ਵਹਿੰਗੀ ਵਿੱਚ ਘੜੇ ਰੱਖ ਕੇ ਪਾਣੀ ਢੋਂਦਾ ਹੁੰਦਾ ਸੀ। ਠੀਕ ਹੈ, ਤੇ ਜਾਂ ਫਿਰ ਭੱਠੀ, ਜੋ ਦਾਣੇ ਭੁੰਨਣ ਵਾਲੀ ਭੱਠੀ ਸੀ, ਉਹਦੇ ਅੱਗੇ ਬੈਠ ਕੇ ਅੱਗ ਦਾ ਝੋਕਾ ਲਗਾਉਂਦਾ ਰਹਿੰਦਾ ਸੀ। ਮਤਲਬ ਆਪਣੀ ਪਤਨੀ ਦੀ ਹਰ ਗੱਲ ਮੰਨਦਾ ਸੀ। ਤੇ ਜਦੋਂ ਦਾਣੇ ਬਣਾਉਣ ਵਾਲੇ ਬੱਚੇ ਉਹਨਾਂ ਦੀ ਭੱਠੀ 'ਤੇ ਆਉਂਦੇ ਸਨ ਤੇ ਉਸ ਸਮੇਂ ਰੌਣਕੀ ਉਹਨਾਂ ਨਾਲ ਹਾਸਾ ਮਜ਼ਾਕ ਕਰਦਾ ਰਹਿੰਦਾ ਸੀ। ਤੇ ਇੱਥੋਂ ਤੱਕ ਕਿ ਸੰਤੋ ਵੀ ਉਹਨਾਂ ਬੱਚਿਆਂ ਨਾਲ ਬੜਾ ਪਿਆਰ ਕਰਨ ਲੱਗ ਪਈ ਸੀ। ਤੇ ਜੇਕਰ ਕੋਈ ਬੱਚਾ ਸੰਤੋ ਨੂੰ ਇਹ ਗੱਲ ਆਖਦਾ ਸੀ, ਹੁਣ ਇੱਥੇ ਵਰਡ ਆਇਆ ਸੀ ਚੁੰਗ। ਚੁੰਗ ਬੇਟਾ ਜਿਵੇਂ ਕਹਿ ਦਿੰਦੇ ਨੇ ਕੋਈ ਦਾਣੇ ਬਣਾਉਣ ਆਉਂਦਾ ਸੀ ਬੱਚਾ, ਤੇ ਉਸ ਵਿੱਚੋਂ ਜਿਹੜੇ ਦਾਣੇ ਬਣਾਏ ਜਾਂਦੇ ਸੀ, ਸੰਤੋ ਜਿਵੇਂ ਕੁਝ ਇੱਕ ਮੁੱਠ ਆਪਣੇ ਕੋਲ ਰੱਖ ਲੈਂਦੀ ਸੀ ਤੇ ਬਾਕੀ ਦਾਣੇ ਜਿਵੇਂ ਉਹਨਾਂ ਨੂੰ ਭੁੰਨ ਕੇ ਵਾਪਸ ਦਿੱਤੇ ਜਾਂਦੇ ਸੀ। ਉਸ ਚੀਜ਼ ਨੂੰ ਚੁੰਗ ਕਿਹਾ ਜਾਂਦਾ ਸੀ। ਤੇ ਜੇਕਰ ਕੋਈ ਬੱਚਾ ਉਸ ਨੂੰ ਕਹਿ ਦਿੰਦਾ ਸੀ ਨਾ ਕਿ ਚਾਚੀ ਅੱਜ ਮੇਰੀ ਬੇਬੇ ਨੇ ਮੈਨੂੰ ਦਾਣੇ ਥੋੜ੍ਹੇ ਦਿੱਤੇ ਨੇ, ਤੂੰ ਚੁੰਗ ਜਿਹੜੀ ਕੱਲ੍ਹ ਲੈ ਲਵੀਂ। ਫਿਰ ਸੰਤੋ ਆਪਣਾ ਮੋਹ ਪਿਆਰ ਜਤਾਉਂਦੀ ਹੋਈ ਉਹ ਬੱਚੇ ਦੇ ਦਾਣਿਆਂ ਵਿੱਚੋਂ ਚੁੰਗ ਕੱਢਣ ਦੀ ਥਾਂ ਜਿਹੜੇ ਦਾਣੇ ਉਹਨੇ ਰੱਖੇ ਹੁੰਦੇ ਸੀ ਚੁੰਗਾਂ ਕੱਢ ਕੱਢ ਕੇ, ਉਹਨਾਂ ਵਿੱਚੋਂ ਉਲਟਾ ਉਸ ਨੂੰ ਮੁੱਠ ਭਰ ਕੇ ਹੋਰ ਪਾ ਦਿੰਦੀ ਸੀ। ਪਰ ਨਾਲ ਇੱਕ ਸ਼ਰਤ ਰੱਖਦੀ ਸੀ ਕਿ ਮੈਨੂੰ ਉਹਨਾਂ ਨੂੰ ਸੰਤੋ ਦਾ ਪੁੱਤ ਬਣਨਾ ਪਵੇਗਾ। ਜਦੋਂ ਨਿਆਣੇ ਹਾਂ ਆਖ ਦਿੰਦੇ ਸੀ ਬੜੀ ਖੁਸ਼ ਹੁੰਦੀ ਸੀ। ਪਰ ਹੁਣ ਇਹ ਗੱਲ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਸੀ ਕਿ ਸੰਤੋ ਜਿਹੜੀ ਸੀ ਏਡੇ ਇਹੋ ਜਿਹੇ ਰੌਣਕੀ ਨੂੰ ਕਿਉਂ ਛੱਡ ਕੇ ਗਈ ਸੀ, ਜਿਸ ਨੇ ਕਿ ਹਮੇਸ਼ਾ ਉਸ ਦਾ ਗੋਲਪੁਣਾ ਕੀਤਾ ਸੀ। ਨੈਕਸਟ ਬੇਟਾ, ਜਦੋਂ ਜਗਸੀਰ ਭੱਠੀ ਦੇ ਕੋਲ ਆਇਆ ਤਾਂ ਉਹਨੇ ਵੇਖਿਆ ਰੌਣਕੀ ਦੀ ਪੀਨਕ ਲੱਗੀ ਹੋਈ ਸੀ। ਪੀਨਕ ਲੱਗੀ ਸੀ, ਅੱਖ ਲੱਗੀ ਸੀ। ਠੀਕ ਹੈ, ਖੇਸੀ ਦੀ ਬੁੱਕਲ ਮਾਰੀ ਤੇ ਉਹ ਹੱਥ ਬਾਹਰ ਕੱਢ ਕੇ ਚਿਲਮ ਮੂੰਹ ਵਿੱਚ ਅੜਾਈ। ਉਹ ਭੱਠੀ ਉੱਤੇ ਇੰਜ ਅਡੋਲ ਬੈਠਾ ਸੀ ਜਿਵੇਂ ਸੁੱਤਾ ਪਿਆ ਹੋਵੇ। ਅੱਖਾਂ ਮੀਚੀਆਂ ਹੋਈਆਂ ਸਨ, ਮੂੰਹ ਵੀ ਉਹਦਾ ਚੰਗੀ ਤਰ੍ਹਾਂ ਦਿਸਦਾ ਨਹੀਂ ਸੀ। ਚਿਲਮ ਤੇ ਸਾਫੀ ਨੂੰ ਪਾਏ ਹੱਥਾਂ ਨਾਲ ਸਾਰਾ ਲੁਕਿਆ ਹੋਇਆ ਸੀ। ਜਮਾ ਹੀ ਹੁਣ ਤਾਂ ਬਿੱਲੀ ਦੇ ਬਲੂੰਗੜੇ ਵਰਗਾ ਹੀ ਹੋ ਗਿਆ ਹੈ ਮਲੰਗ ਝਿਊਰ। ਜਗਸੀਰ ਨੇ ਨੇੜੇ ਆ ਕੇ ਭਾਵੇਂ ਮੂੰਹ ਵਿੱਚ ਇਹ ਗੱਲ ਆਖੀ ਸੀ, ਪਰ ਰੌਣਕੀ ਨੇ ਨਾਲ ਹੀ ਕੰਨ ਖੜੇ ਹੋ ਗਏ, ਨਾਲ ਦੀ ਨਾਲ ਹੀ ਕੰਨ ਖੜੇ ਕਰ ਲਏ। ਆਓਏ ਜਗਸਿਆ, ਉਹਨੇ ਮੂੰਹ ਨਾਲੋਂ ਚਿਲਮ ਲਾਹੁੰਦਿਆਂ ਖਿੜ ਕੇ ਆਖਿਆ। ਹੁਣ ਤਾਂ ਪਤਾ ਨਹੀਂ ਕਿਹੜਾ ਕਬੀਲਦਾਰੀ 'ਚ ਖੁੱਭਿਆ ਰਹਿਣਾ, ਕਿੰਨੇ ਦਿਨ ਹੋ ਗਏ ਕਦੇ ਗੇੜਾ ਹੀ ਨਹੀਂ ਮਾਰਿਆ। ਰੌਣਕੀ ਨੇ ਚਿਲਮ ਦੀ ਅੱਗ ਕੱਢੀ ਤੇ ਸਵਾਹ ਵਿੱਚੋਂ ਠੀਕਰੀ ਭਾਲ ਕੇ ਚਿਲਮ ਦੇ ਮੂੰਹ ਵਿੱਚ ਪਾਉਂਦਿਆਂ ਚਿਲਮ ਕੜਾਹੀ ਦੇ ਕੁੰਡੇ ਨਾਲ ਖੜੀ ਕਰ ਦਿੱਤੀ ਤੇ ਭੱਠੀ ਦੇ ਮੂਹਰੇ ਆ ਗਿਆ। ਆ ਜਾ, ਇੱਥੇ ਬਹਿ ਜਾ, ਨਿੱਘਾ ਥਾਂ ਹੈ। ਉਹਨੇ ਬੈਠਦਿਆਂ ਆਪਣੇ ਸੱਜੇ ਪਾਸੇ ਪੁੰਜੇ ਹੱਥ ਮਾਰਦਿਆਂ ਆਖਿਆ। ਹੁਣ ਤਾਂ ਰੌਣਕਾਂ ਤੈਨੂੰ ਛੱਡਾਂਗੇ। ਜਗਸੀਰ ਨੇ ਚੀਸ ਵੱਟ ਕੇ ਸਾਹ ਲੈਂਦਿਆਂ ਗੋਡਿਆਂ ਉੱਤੇ ਹੱਥ ਧਰ ਕੇ ਰੌਣਕੀ ਦੇ ਕੋਲ ਬਹਿੰਦਿਆਂ ਕਿਹਾ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਰੌਣਕੀ ਦੀ ਭੱਠੀ ਕੋਲ ਆਉਂਦਾ ਹੈ ਤੇ ਉਹ ਵੇਖਦਾ ਹੈ ਕਿ ਰੌਣਕੀ ਦੀ ਅੱਖ ਲੱਗੀ ਹੋਈ ਸੀ। ਉਹਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ ਤੇ ਚਿਲਮ ਜੋ ਸੀ ਉਸਦੇ ਮੂੰਹ ਵਿੱਚ ਸੀ ਤੇ ਉਹ ਇੱਦਾਂ ਬੈਠਾ ਸੀ ਸ਼ਾਂਤ ਜਿਵੇਂ ਸੁੱਤਾ ਹੋਵੇ। ਅੱਖਾਂ ਉਸਨੇ ਬੰਦ ਕੀਤੀਆਂ ਹੋਈਆਂ ਸਨ। ਠੀਕ ਹੈ, ਫਿਰ ਜਦੋਂ ਜਗਸੀਰ ਉਸ ਨੂੰ ਅਜਿਹੀ ਹਾਲਤ ਵਿੱਚ ਵੇਖਦਾ ਹੈ ਤੇ ਉਸ ਨੂੰ ਪਹਿਲੇ ਹਾਸੇ ਨਾਲ ਆਖਦਾ ਹੈ ਕਿ ਤੂੰ ਤਾਂ ਬਿਲਕੁਲ ਹੀ ਬਿੱਲੀ ਦੇ ਬਲੂੰਗੜੇ ਵਾਂਗ ਹੋ ਗਿਆ ਹੈ। ਇਹ ਗੱਲ ਸੁਣਦਿਆਂ ਹੀ ਰੌਣਕੀ ਦੇ ਕੰਨ ਖੜੇ ਹੋ ਜਾਂਦੇ ਹਨ ਤੇ ਉਹ ਜਗਸੀਰ ਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕਰਦਾ ਹੈ। ਤੇ ਜਗਸੀਰ ਜਦੋਂ ਉੱਥੇ ਬੈਠਦਾ ਹੈ ਤੇ ਉਸ ਨੂੰ ਆਖਦਾ ਹੈ ਕਿ ਹੁਣ ਤਾਂ ਉਸ ਨੂੰ ਛੱਡ ਜਾਵੇਗਾ, ਮਤਲਬ ਕਿ ਹੁਣ ਉਸ ਦੇ ਵੀ ਦਿਨ ਜ਼ਿੰਦਗੀ ਦੇ ਥੋੜ੍ਹੇ ਰਹਿ ਗਏ। ਠੀਕ ਹੈ ਬੇਟਾ, ਓਕੇ ਬੇਟਾ, ਹੁਣ ਸਾਡੀ ਪੇਜ ਨੰਬਰ 50 ਤੱਕ ਰੀਡਿੰਗ ਕੰਪਲੀਟ ਹੋ ਗਈ ਹੈ। ਤੇ ਨੈਕਸਟ ਤੁਸੀਂ ਪੇਜ ਨੰਬਰ 51, 52 ਅਤੇ 53 ਜੋ ਹੈ ਤਿੰਨੋਂ ਪੇਜ ਦੇ ਵਰਡ ਮੀਨਿੰਗ ਪਲਾਨ ਕਰਨੇ ਹਨ ਤੇ ਨਾਲ ਹੀ ਪੇਜ ਨੰਬਰ 47 ਤੋਂ ਪੇਜ ਨੰਬਰ 50 ਤੱਕ ਜਿੱਥੇ ਤੱਕ ਸਾਡੀ ਰੀਡਿੰਗ ਕੰਪਲੀਟ ਹੋ ਗਈ ਹੈ ਇਹ ਦੁਬਾਰਾ ਰਿਵਾਈਜ਼ ਕਰਨਾ ਹੈ। ਓਕੇ ਬੇਟਾ, ਥੈਂਕ ਯੂ।